Hello everyone, my name is Hartek Sharma. Today I am going to explain a cue card from the list which is assigned from September to December 2022 according to Kiran Makkad ma'am. जो क्यू कार्ड है ਤੁਹਾਡਾ ਇਹ ਥਰਡ ਨੰਬਰ ਤੇ ਮੇਰੇ ਕੋਲ ਹੈ the cue card is describe a time you used your cell phone or smartphone to do something important. The sub questions of this cue card are what happened, when it happened, how important the cell phone or smartphone was, and explain how you felt about the experience. ਪਹਿਲਾਂ ਪੰਜਾਬੀ ਦੇਖ ਲਈਏ ਕਿਊ ਕਾਰਡ ਦੀ ਕਿ ਤੁਸੀਂ ਕਿਸੇ ਇਹੋ ਜਿਹੇ ਟਾਈਮ ਦੀ ਗੱਲ ਕਰਨੀ ਹੈ ਜਦੋਂ ਤੁਸੀਂ ਆਪਣਾ ਸੈੱਲ ਫੋਨ ਜਾਂ ਸਮਾਰਟਫੋਨ ਨੂੰ ਯੂਜ਼ ਕੀਤਾ ਕੁਛ ਜ਼ਰੂਰੀ ਕੁਛ ਚੀਜ਼ ਜਾਂ ਕੋਈ ਕੰਮ ਜ਼ਰੂਰੀ ਕਰਨ ਵਾਸਤੇ। ਸਬ ਕੁਐਸਚਨਸ ਦੇ ਅਕੋਰਡਿੰਗ ਦੇਖੀਏ ਕੀ ਵਾਪਰਿਆ ਸੀ ਤੁਹਾਡੇ ਨਾਲ ਇਹੋ ਜਿਹਾ, ਕਦੋਂ ਇਹ ਵਾਪਰਿਆ ਸੀ ਅਤੇ ਕਿੰਨਾ ਕੁ ਇੰਪੋਰਟੈਂਟ ਲੱਗਿਆ ਤੁਹਾਨੂੰ ਉਸ ਟਾਈਮ 'ਤੇ ਆਪਣਾ ਸਮਾਰਟਫੋਨ ਜਾਂ ਸੈੱਲ ਫੋਨ ਨੂੰ ਯੂਜ਼ ਕਰਨਾ, ਅਤੇ ਕਿਵੇਂ ਫੀਲ ਕੀਤਾ ਤੁਸੀਂ, ਜੋ ਇਸ ਦਾ ਐਕਸਪੀਰੀਅੰਸ ਸੀ ਤੁਹਾਡਾ ਉਹ ਕਿੱਦਾਂ ਦਾ ਰਿਹਾ। ਕਿਊ ਕਾਰਡ ਸਟਾਰਟ ਕਰਨ ਤੋਂ ਪਹਿਲਾਂ ਜੇ ਮੈਂ ਥੋੜ੍ਹੀ ਜਿਹੀ ਗੱਲ ਕਰਨਾ ਚਾਹਾਂ ਤਾਂ ਦੇਖੋ, ਮੈਂ ਹੁਣ ਜੇ ਆਪਣੇ ਪਾਸਟ ਸਪੀਕਿੰਗਸ ਦਾ ਇੱਕ ਥੋੜ੍ਹਾ ਬਹੁਤ ਐਕਸਪੀਰੀਅੰਸ ਸ਼ੇਅਰ ਕਰਾਂ ਤਾਂ ਮੇਰੇ ਕੋਲ ਮੋਸਟ ਆਫ ਸਟੂਡੈਂਟਸ ਜਿਹੜੀਆਂ ਮਿਸਟੇਕਸ ਨੇ ਹੁਣ ਕਿ ਇੱਕ ਫਲਕਚੁਏਸ਼ਨ ਜੋ ਉਹ ਦੇ ਰਹੇ ਨੇ ਮੈਨੂੰ ਕਿ ਕਿਊ ਕਾਰਡ ਦਾ ਪਾਸਟ ਦੇ ਵਿੱਚ ਹੋਣਾ ਬਟ ਉਹਦੇ ਵਿੱਚ ਪ੍ਰੈਜ਼ੈਂਟ ਟੈਂਸ ਦਾ ਯੂਜ਼ ਕਰ ਲੈਣਾ। ਕਈ ਕਿਊ ਕਾਰਡ ਪ੍ਰੈਜ਼ੈਂਟ ਦੇ ਹੁੰਦੇ ਆ ਤਾਂ ਉਹਦੇ ਵਿੱਚ ਪਾਸਟ ਦਾ ਯੂਜ਼ ਕਰਨਾ। ਪਲੀਜ਼ ਡਿਸਾਈਡ ਫਸਟ ਕਿ ਤੁਹਾਡਾ ਕਿਊ ਕਾਰਡ ਕਿਹੜੇ ਟੈਂਸ ਦੇ ਅਕੋਰਡਿੰਗ ਆਏ ਹੋਏ। ਉਹ ਸਿਚੁਏਸ਼ਨ ਤੋਂ ਤੁਹਾਨੂੰ ਬਹੁਤ ਕਲੀਅਰਲੀ ਪਤਾ ਲੱਗ ਜਾਂਦਾ। ਜਿਵੇਂ ਹੁਣ ਇਸ ਦੇ ਵਿੱਚ ਤੁਸੀਂ ਪਾਸਟ ਆਪਣੇ ਕਿਸੇ ਸਿਨੈਰੀਓ ਦੇ ਬਾਰੇ ਗੱਲ ਕਰਨੀ ਹੈ ਤਾਂ ਓਬਵੀਅਸ ਤੁਸੀਂ ਇਹਦੇ ਵਿੱਚ ਮੋਸਟ ਆਫ ਥਿੰਗਸ ਆਪਣੇ ਪਾਸਟ ਦੇ ਅਕੋਰਡਿੰਗ ਹੀ ਗੱਲ ਕਰੋਗੇ, ਤਾਂ ਆਪਣੇ ਪਾਸਟ ਟੈਂਸ ਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਧਿਆਨ 'ਚ ਰੱਖ ਕੇ ਕਰੋ। ਅਤੇ ਚਲੋ ਆਪਾਂ ਆਪਣਾ ਕਿਊ ਕਾਰਡ ਸਟਾਰਟ ਕਰਦੇ ਹਾਂ। ਸੇਮ ਐਜ਼ ਬਿਫੋਰ ਕਿ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਨਰਲੀ ਪਹਿਲਾਂ ਬੋਲਾਂਗੇ ਆਪਾਂ ਥੋੜ੍ਹਾ ਜਿਹਾ। ਵੈਲ, ਆਈ ਕੰਸੀਡਰ ਮਾਈ ਸਮਾਰਟਫੋਨ ਐਜ਼ ਅ ਮੋਸਟ ਇੰਪੋਰਟੈਂਟ ਪਾਰਟ ਆਫ ਮਾਈ ਲਾਈਫ because I use it on a regular basis to do routine activities such as for clicking photos, to do online transactions, or for entertaining myself. Here I would like to share my recent significant activity which I had done with the help of my mobile. ਆਪਾਂ ਥੋੜ੍ਹਾ ਇਹਦਾ ਪਹਿਲਾਂ ਪੰਜਾਬੀ ਪਾਰਟ ਦੇਖ ਲਈਏ। ਮੈਂ ਇਸ ਦੇ ਵਿੱਚ ਕਹਿ ਰਿਹਾ ਕਿ ਮੈਂ ਆਪਣੇ ਸਮਾਰਟਫੋਨ ਨੂੰ ਕੰਸੀਡਰ ਕਰਦਾ, ਮੰਨਦਾ ਮੈਂ ਕਿ ਇਹ ਮੇਰੇ ਲਈ ਸਭ ਤੋਂ ਇੰਪੋਰਟੈਂਟ ਹਿੱਸਾ ਹੈ ਮੇਰੀ ਜ਼ਿੰਦਗੀ ਦਾ, ਕਿਉਂਕਿ ਮੈਂ ਇਹਨੂੰ ਰੈਗੂਲਰ ਬੇਸਿਸ 'ਤੇ ਯੂਜ਼ ਕਰਦਾ ਰੂਟੀਨ ਐਕਟੀਵਿਟੀਜ਼ ਕਰਨ ਦੇ ਲਈ, ਜਿਵੇਂ ਕਿ ਆਪਣੀਆਂ ਫੋਟੋਜ਼ ਕਲਿੱਕ ਕਰਨਾ, ਔਨਲਾਈਨ ਟ੍ਰਾਂਜੈਕਸ਼ਨਸ ਦੇ ਲਈ ਮੈਂ ਇਸਦਾ ਯੂਜ਼ ਕਰਦਾ, ਜਾਂ ਆਪਣੇ ਆਪ ਨੂੰ ਜਦੋਂ ਕੋਈ ਐਂਟਰਟੇਨਮੈਂਟ ਏਰੀਆ ਦੇ ਵਿੱਚ ਮੈਂ ਲੈ ਕੇ ਜਾਣਾ ਤਾਂ ਉਦੋਂ ਮੈਂ ਇਸਦਾ ਯੂਜ਼ ਕਰਦਾ। ਇੱਥੇ ਮੈਂ ਤੁਹਾਡੇ ਨਾਲ ਆਪਣਾ ਇੱਕ ਮੋਸਟ ਇੰਪੋਰਟੈਂਟ ਇੱਕ ਐਕਟੀਵਿਟੀ ਨੂੰ ਸ਼ੇਅਰ ਕਰਨ ਜਾ ਰਿਹਾ ਜਿਹੜੀ ਮੈਂ ਕੀਤੀ ਆਪਣੇ ਮੋਬਾਈਲ ਫੋਨ ਦੀ ਹੈਲਪ ਦੇ ਨਾਲ। ਤਾਂ ਹੁਣ ਆਪਾਂ ਆਪਣੇ ਮੇਨ ਥੀਮ ਨੂੰ ਸਟਾਰਟ ਕਰ ਰਹੇ ਹਾਂ। ਜੋ ਆਪਣੇ ਦੇਖੋ ਸਬ ਕੁਐਸਚਨ ਨੇ ਉਹਨਾਂ ਨੂੰ ਧਿਆਨ 'ਚ ਰੱਖ ਕੇ ਕੀ ਵਾਪਰਿਆ ਸੀ ਅਤੇ ਕਦੋਂ ਵਾਪਰਿਆ ਸੀ। ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਆਪਾਂ ਜੇ ਸਟਾਰਟਿੰਗ 'ਚ ਥੋੜ੍ਹਾ ਜਿਹਾ ਕਲੀਅਰ ਕਰ ਦਾਂਗੇ ਤਾਂ ਆਪਣਾ TR ਪੋਰਸ਼ਨ ਜਿਹੜਾ ਹੈਗਾ, ਟਾਸਕ ਰਿਸਪੌਂਸ ਪੋਰਸ਼ਨ, ਉਹ ਅਫੈਕਟ ਨਹੀਂ ਹੋਊਗਾ। ਤਾਂ ਸਟਾਰਟ ਕਰ ਰਹੇ ਹਾਂ ਉਹਨੂੰ। ਅਰਾਊਂਡ ਅ ਕਪਲ ਆਫ ਮੰਥਸ ਅਗੋ ਆਈ ਡਿਸਾਈਡਡ ਟੂ ਸਿਟ ਇਨ ਦ IELTS exam to start my immigration process for further studies in Canada. After getting orientation about the 4 sections of the exam, I was worried about speaking part because I didn't have anyone near who could do practice of English conversations with me. Then I did search over Google and found an application named as Cambly, which was according to my all the requirements. ਤਾਂ ਆਪਾਂ ਥੋੜ੍ਹਾ ਜਿਹਾ ਵੈਨ ਐਂਡ ਜੋ ਆਪਣੇ ਪੋਰਸ਼ਨ ਸੀਗਾ ਕੀ ਵਾਪਰਿਆ ਉਹ ਕਲੀਅਰ ਕਰਤਾ, ਵੈਨ ਇਟ ਹੈਪਨਡ ਉਸ ਨੂੰ ਵੀ ਕਵਰ ਕੀਤਾ। ਇਹਦੇ ਵਿੱਚ ਪੰਜਾਬੀ ਦੇਖਦੇ ਹਾਂ ਇਹਦੀ। ਪਹਿਲਾਂ ਤਕਰੀਬਨ ਕੁਝ ਕੁ ਮਹੀਨੇ ਪਹਿਲਾਂ ਮੈਂ IELTS ਐਗਜ਼ਾਮ ਦੇਣ ਦੇ ਬਾਰੇ ਸੋਚਿਆ, ਸਟਾਰਟ ਕਰਨ ਦੇ ਲਈ ਆਪਣੇ ਇਮੀਗ੍ਰੇਸ਼ਨ ਪ੍ਰੋਸੈਸ ਨੂੰ, ਆਪਣੀ ਅਗਲੀ ਸਟੱਡੀਜ਼ ਜੋ ਮੈਂ ਕੈਨੇਡਾ ਦੇ ਵਿੱਚ ਕਰਨਾ ਚਾਹੁੰਦਾ। ਅਤੇ ਇੱਕ ਓਰੀਐਂਟੇਸ਼ਨ ਲੈਣ ਤੋਂ ਬਾਅਦ 4 ਸੈਕਸ਼ਨਸ ਦੀ ਆਪਣੇ ਐਗਜ਼ਾਮ ਦੇ ਬਾਰੇ ਮੈਨੂੰ ਸਿਰਫ ਇੱਕ ਟੈਨਸ਼ਨ ਹੋਈ ਸਪੀਕਿੰਗ ਪਾਰਟ ਦੇ ਬਾਰੇ, ਕਿਉਂਕਿ ਮੇਰੇ ਨੇੜੇ ਤੇੜੇ ਕੋਈ ਐਸਾ ਨਹੀਂ ਸੀਗਾ ਜੋ ਮੇਰੇ ਨਾਲ ਇੰਗਲਿਸ਼ ਕਨਵਰਸੇਸ਼ਨਸ ਦੀ ਪ੍ਰੈਕਟਿਸ ਕਰ ਸਕੇ। ਠੀਕ ਹੈ। ਦੈਨ ਮੈਂ ਫਿਰ ਇੱਕ ਗੂਗਲ 'ਤੇ ਸਰਚ ਕੀਤੀ ਤਾਂ ਮੈਂ ਇੱਕ ਐਪਲੀਕੇਸ਼ਨ ਮੈਨੂੰ ਉਸ ਦੇ ਵਿੱਚ ਮਿਲੀ ਜਿਸਦਾ ਨਾਮ ਕੈਮਲੀ ਸੀ। ਇਹ 'ਚ ਬੀ ਪਲੀਜ਼ ਸਾਇਲੈਂਟ ਰੱਖ ਲਿਓ, ਕੈਮਲੀ ਇੱਦਾਂ ਬੋਲ ਦੋਗੇ ਜ਼ਿਆਦਾ ਬੈਟਰ ਰਹੂਗਾ, ਨਹੀਂ ਤਾਂ ਕੈਮਲੀ ਵੀ ਬੋਲਿਆ ਜਾ ਸਕਦਾ ਬਟ ਕੈਮਲੀ ਬੋਲ ਦੋਗੇ ਤਾਂ ਜ਼ਿਆਦਾ ਅੱਛਾ ਰਹੂਗਾ। ਕਿਉਂਕਿ ਐਮ ਤੋਂ ਬਾਅਦ ਬੀ ਤੁਸੀਂ ਦੇਖੋਗੇ ਅਪਰੋਕਸੀਮੇਟਲੀ ਆਪਾਂ ਮੰਨਦੇ ਹਾਂ ਕਿ ਹਰੇਕ ਵਰਡ ਦੇ ਵਿੱਚ ਇਹ ਸਾਇਲੈਂਟ ਰਹਿੰਦੀ ਹੈ। ਤਾਂ ਲਾਈਕ ਫਿਰ ਮੈਂ ਉਸ ਤੋਂ ਬਾਅਦ ਕਹਿ ਰਿਹਾ ਕਿ ਜਿਸ ਦੇ ਵਿੱਚ ਮਤਲਬ ਮੇਰੀਆਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਹੋ ਰਹੀਆਂ ਸੀਗੀਆਂ। ਤਾਂ ਨੈਕਸਟ ਵੱਲ ਮੂਵ ਕਰਦੇ ਹਾਂ। I downloaded this app from application store of my cell phone and made an account over it. Then I started my English speaking practice with other people. However, in the starting, I felt slight nervousness and hesitation. With the support of polite and knowledgeable listeners, I got confidence to talk more in English.
Moreover, I also started using audio recording function of my phone in order to listen my English conversations again to rectify my grammatical errors or mispronunciation of words. ਇਸ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਮੈਂ ਡਾਊਨਲੋਡ ਕੀਤੀ ਐਪਲੀਕੇਸ਼ਨ ਆਪਣੀ ਐਪਲੀਕੇਸ਼ਨ ਸਟੋਰ ਤੋਂ ਜੋ ਮੇਰੇ ਮੋਬਾਈਲ ਦੇ ਵਿੱਚ ਸੀ ਅਤੇ ਇੱਕ ਅਕਾਊਂਟ ਬਣਾਇਆ ਇਸ ਦੇ ਉੱਪਰ। ਫਿਰ ਮੈਂ ਸਟਾਰਟ ਕੀਤੇ ਇੰਗਲਿਸ਼ ਸਪੀਕਿੰਗ ਪ੍ਰੈਕਟਿਸ ਆਪਣੀ ਬਾਕੀ ਲੋਕਾਂ ਦੇ ਨਾਲ। ਹਾਊਐਵਰ ਸ਼ੁਰੂਆਤ ਦੇ ਵਿੱਚ ਮੈਨੂੰ ਥੋੜ੍ਹੀ ਜਿਹੀ ਨਰਵਸਨੈਸ ਅਤੇ ਹੈਜ਼ੀਟੇਸ਼ਨ ਫੀਲ ਹੋਈ, ਪਰ ਪੋਲਾਈਟ ਅਤੇ ਨੌਲੇਜੇਬਲ ਲਿਸਨਰ ਜਿਹੜੇ ਸੀਗੇ ਉਹਨਾਂ ਦੀ ਸਪੋਰਟ ਦੇ ਨਾਲ ਮੈਨੂੰ ਕੌਨਫੀਡੈਂਸ ਮਿਲਿਆ ਕਿ ਮੈਂ ਜ਼ਿਆਦਾ ਬੋਲ ਸਕਾਂ ਇੰਗਲਿਸ਼ ਦੇ ਵਿੱਚ। ਮੋਰਓਵਰ ਮੈਂ ਆਪਣੇ ਮੋਬਾਈਲ ਫੋਨ ਦਾ ਇੱਕ ਆਡੀਓ ਰਿਕਾਰਡਿੰਗ ਫੰਕਸ਼ਨ ਨੂੰ ਵੀ ਸਟਾਰਟ ਕਰਨਾ, ਲਾਈਕ ਇਹਨੂੰ ਰਿਕਾਰਡ ਕਰਨਾ ਸ਼ੁਰੂ ਕਰਤਾ ਤਾਂ ਜੋ ਮੈਂ ਮਤਲਬ ਆਪਣੀ ਇੰਗਲਿਸ਼ ਕਨਵਰਸੇਸ਼ਨ ਨੂੰ ਦੁਬਾਰਾ ਸੁਣ ਸਕਾਂ ਅਤੇ ਰੈਕਟੀਫਾਈ ਮਤਲਬ ਕਰੈਕਟ ਕਰਨਾ ਤਾਂ ਜੋ ਮੈਂ ਕਰੈਕਟ ਕਰ ਸਕਾਂ ਆਪਣੇ ਗ੍ਰਾਮੈਟੀਕਲ ਐਰਰ ਜਾਂ ਜੇ ਕੋਈ ਮੈਂ ਵਰਡ ਮਿਸਪ੍ਰੋਨਾਊਂਸ ਕਰਦਾ ਤਾਂ ਉਹਦੇ ਬਾਰੇ। ਆਫਟਰ ਟੇਕਿੰਗ ਐਂਡਲੈਸ ਸਪੋਰਟ, I found my mobile as best companion to groom me in my speaking section. So I think without it I could not dare to sit in front of you to check myself in IELTS exam. ਇੱਥੇ ਆਪਾਂ ਕਹਿ ਰਹੇ ਹਾਂ ਕਿ ਆਪਣੇ ਮੋਬਾਈਲ ਦੀ ਐਂਡਲੈਸ ਸਪੋਰਟ ਲੈਣ ਤੋਂ ਬਾਅਦ ਮੈਂ ਇਸ ਨੂੰ ਆਪਣਾ ਬੈਸਟ ਕੰਪੇਨੀਅਨ ਮੰਨਦਾ, ਜਿਸ ਨੇ ਮੈਨੂੰ ਗਰੂਮ ਕੀਤਾ, ਨਿਖਾਰਿਆ, ਮੈਨੂੰ ਪੋਲਿਸ਼ ਕੀਤਾ ਮੇਰੇ ਸਪੀਕਿੰਗ ਸੈਕਸ਼ਨ ਦੇ ਵਿੱਚ। ਸੋ ਮੈਂ ਸੋਚਦਾ ਕਿ ਬਿਨਾਂ ਇਸ ਦੇ ਮੈਂ ਹਿੰਮਤ ਨਹੀਂ ਕਰ ਸਕਦਾ ਸੀਗਾ ਕਿ ਮੈਂ ਤੁਹਾਡੇ ਸਾਹਮਣੇ ਬੈਠਾ ਅਤੇ ਆਪਣੇ ਇੰਗਲਿਸ਼ ਦੇ ਐਗਜ਼ਾਮ ਨੂੰ ਚੈੱਕ ਕਰ ਸਕਾਂ, ਮਤਲਬ ਆਪਣੇ ਆਪ ਨੂੰ ਇੰਗਲਿਸ਼ ਦੇ ਵਿੱਚ ਚੈੱਕ ਕਰ ਸਕਾਂ। ਠੀਕ ਹੈ, ਇਹ ਆਪਣਾ ਕਿਊ ਕਾਰਡ ਹੋ ਗਿਆ ਹੁਣ ਤੁਹਾਡਾ। ਮਤਲਬ ਬੇਸਿਕ ਜਿਹਾ ਫੰਡਾ ਇਹਦੇ ਵਿੱਚ ਲਿਆ ਕਿਉਂਕਿ ਮੈਂ ਜਿਹੜਾ ਦੇਖਿਆ ਸੀਗਾ ਕਿ ਮੋਸਟ ਆਫ ਸਟੂਡੈਂਟਸ ਇਹਦੇ ਵਿੱਚ ਵੇਰੀਅਸ ਟਾਈਪ ਆਫ ਥਿੰਗਸ ਦੇ ਬਾਰੇ ਡਿਸਕਸ ਕਰ ਰਹੇ ਸੀ, ਬਟ ਉਹਦੇ ਵਿੱਚ ਮੋਬਾਈਲ ਦਾ ਯੂਜ਼ ਘੱਟ ਆ ਰਿਹਾ ਸੀਗਾ। ਮੋਬਾਈਲ ਦੇ ਅੰਦਰ ਕਿਸੇ ਨਾ ਕਿਸੇ ਫੀਚਰ ਦਾ ਯੂਜ਼ ਜਾਂ ਕਹਿ ਲਓ ਕਿਸੇ ਐਪਲੀਕੇਸ਼ਨ ਦਾ, ਜਿਵੇਂ ਆਪਾਂ ਇਹਦੇ ਵਿੱਚ ਚਲੋ ਹਾਊਐਵਰ ਕੈਮਰੀ ਦਾ ਯੂਜ਼ ਕੀਤਾ, ਬਟ ਜੇ ਤੁਸੀਂ ਇਸ ਚੀਜ਼ ਵੱਲ ਧਿਆਨ ਦਿਓ ਕਿ ਮੈਂ ਇਹਦੇ ਵਿੱਚ ਆਡੀਓ ਰਿਕਾਰਡਿੰਗ ਫੰਕਸ਼ਨ ਦੀ ਵੀ ਗੱਲ ਕੀਤੀ ਹੈ ਤਾਂ ਮੋਬਾਈਲ ਦੇ ਇੱਕ ਵਰਾਇਟੀ ਆਫ ਯੂਜ਼ ਦੀ ਆਪਾਂ ਇਹਦੇ ਵਿੱਚ ਗੱਲ ਕਰ ਚੁੱਕੇ ਹਾਂ। ਠੀਕ ਹੈ, ਹੁਣ ਆਉਂਦੇ ਹਾਂ ਜੀ ਆਪਾਂ ਆਪਣੇ ਫੋਲੋਅਪ ਸੈਕਸ਼ਨ 'ਤੇ। ਫਸਟ ਫੋਲੋਅਪ ਹੈ, ਵਾਟ ਡੂ ਯੂ ਯੂਜ਼ਲੀ ਡੂ ਵਿਦ ਦ ਸੈੱਲ ਫੋਨ। ਤੁਸੀਂ ਆਪਣੇ ਫੋਨ ਨਾਲ ਆਮ ਤੌਰ 'ਤੇ ਕੀ ਕਰਦੇ ਹੋ? ਠੀਕ ਹੈ, ਆਨਸਰ ਦੇ ਰਹੇ ਹਾਂ ਤਾਂ ਆਪਾਂ well I mostly use my phone to get connected with my near ones, as well as these days I am using it to watch web series too. ਬਹੁਤ ਸਲਾਈਟ ਮਤਲਬ ਸਿੰਪਲ ਜਿਹਾ ਆਨਸਰ ਦੇਣਾ ਚਾਹੀਦਾ ਆਪਾਂ ਨੂੰ ਇਹਦਾ, ਤਾਂ ਉਸੇ ਅਕੋਰਡਿੰਗ ਬਣਾਇਆ ਕਿ ਜ਼ਿਆਦਾਤਰ ਤਾਂ ਮੈਂ ਆਪਣੇ ਦੋਸਤਾਂ ਜਾਂ ਨੇੜੇ 'ਤੇ ਜਿਹੜੇ ਮੇਰੇ ਨੀਅਰ ਵਨਸ ਹੈਗੇ ਆ ਉਹਨਾਂ ਨਾਲ ਕਨੈਕਟ ਰਹਿਣ ਲਈ ਮੈਂ ਇਹਦਾ ਯੂਜ਼ ਕਰਦਾ, ਪਰ ਅੱਜ ਕੱਲ੍ਹ ਮੈਂ ਇਸ ਨੂੰ ਵੈਬ ਸੀਰੀਜ਼ ਵਗੈਰਾ ਦੇਖਣ ਲਈ ਵੀ ਯੂਜ਼ ਕਰ ਰਿਹਾ। ਠੀਕ ਹੈ, what are the differences between young people and old people when using a cell phone? ਇਹ ਕੁਐਸਚਨ ਥੋੜ੍ਹਾ ਟ੍ਰਿਕੀ ਹੈ ਕਿਉਂਕਿ ਇਹ ਕੁਐਸਚਨ ਜੇ ਮੈਂ ਵੀ ਕਿਸੇ ਸਟੂਡੈਂਟ ਨੂੰ ਪੁੱਛਿਆ ਤਾਂ ਉਹਨਾਂ ਨੇ ਪਹਿਲਾਂ ਦੱਸਤਾ ਮੈਨੂੰ ਯੰਗਸਟਰਸ ਕੀ ਕਰਦੇ ਆ ਐਂਡ ਓਲਡ ਪੀਪਲ ਕੀ ਕਰਦੇ ਆ, ਬਟ ਆਪਾਂ ਡਿਫਰੈਂਸ ਕਿਤੇ ਨਾ ਕਿਤੇ ਮਿਸ ਕਰ ਰਹੇ ਹਾਂ। ਇਹਦਾ ਡਿਫਰੈਂਸ ਧਿਆਨ 'ਚ ਰੱਖੋ, ਕੰਪੇਅਰ ਕਰਨਾ ਆਪਾਂ ਉਹਨਾਂ ਨੂੰ ਤਾਂ ਉਹਦਾ ਜਿਵੇਂ ਮਤਲਬ ਉਹ ਸੈਪਰੇਟ ਕਰ ਦਿੰਦੇ ਆ ਓਲਡ ਪੀਪਲ ਐਂਡ ਯੰਗਸਟਰਸ ਨੂੰ, ਤਾਂ ਆਪਾਂ ਇਹ ਨਹੀਂ ਦੇਖਣਾ। ਕੁਐਸਚਨ ਇਹ ਨਹੀਂ ਹੈ ਕਿ ਯੰਗ ਪੀਪਲ ਫੋਨ ਨਾਲ ਕੀ ਕਰਦੇ ਹੈ ਅਤੇ ਓਲਡ ਪੀਪਲ ਕੀ ਕਰਦੇ, ਆਪਾਂ ਦੇਖਣਾ ਉਹਨਾਂ ਦਾ ਡਿਫਰੈਂਸ ਕੀ ਹੈ ਫੋਨ ਨੂੰ ਯੂਜ਼ ਕਰਨ ਦਾ, ਤਾਂ ਉਹਦੇ ਅਕੋਰਡਿੰਗ ਆਨਸਰ ਹੈ ਅਕੋਰਡਿੰਗ ਟੂ ਮਾਈ ਸੈਲੀਬ੍ਰੇਸ਼ਨ ਯੰਗਸਟਰਸ ਐਂਡ ਓਲਡਰ use phone in opposite manner, while youngers prefer to use mobile while switching various apps in short time, and older people get stuck in specific sites or apps for a long time. ਠੀਕ ਹੈ, ਆਪਾਂ ਸੈਲੀਬ੍ਰੇਸ਼ਨ ਵਰਡ ਹੈ ਜਿਵੇਂ ਆਪਾਂ ਅਕੋਰਡਿੰਗ ਟੂ ਮਾਈ ਓਪੀਨੀਅਨ ਕਹਿੰਦੇ ਹਾਂ ਤਾਂ ਇਹ ਆਪਾਂ ਇੱਕ ਯੂਜ਼ ਕਰ ਸਕਦੇ ਹਾਂ ਸਿਨੋਨਿਮ, ਤਾਂ ਮਤਲਬ ਮੇਰੇ ਖਿਆਲ ਦੇ ਵਿੱਚ ਕਹਿ ਰਹੇ ਹਾਂ ਪੰਜਾਬੀ ਜੇ ਮੈਂ ਕਹਾਂ ਤਾਂ ਆਪਾਂ ਦੱਸ ਰਹੇ ਵੀ ਯੰਗਸਟਰ ਅਤੇ ਓਲਡਰ ਜਿਹੜੇ ਫੋਨ ਯੂਜ਼ ਕਰਦੇ ਉਹ ਇੱਕ ਦੂਜੇ ਤੋਂ ਬਿਲਕੁਲ ਆਪੋਜ਼ਿਟ ਮੈਨਰ 'ਚ ਯੂਜ਼ ਕਰਦੇ ਆ। ਜਦੋਂ ਕਿ ਯੰਗਰਸ ਪ੍ਰੀਫਰ ਕਰਦੇ ਆ ਇੱਕ ਟਾਈਮ ਦੇ ਉੱਪਰ ਵੇਰੀਅਸ ਸਵਿਚ ਕਰਨਾ, ਜਿਵੇਂ ਇੱਕ ਵਟਸਐਪ ਵੀ ਖੋਲ੍ਹਿਆ ਹੋਇਆ ਨਾਲ, ਇੰਸਟਾ 'ਤੇ ਵੀ ਨਾਲ ਚੱਲ ਰਿਹਾ, ਕੋਈ ਫੇਸਬੁੱਕ 'ਤੇ ਵੀ ਨਾਲ ਚੱਲੀ ਜਾਂਦਾ, ਕੋਈ ਵਿੱਚ ਮੂਵੀਜ਼ ਵੀ ਦੇਖ ਰਿਹਾ, ਤਾਂ ਮਤਲਬ ਵੇਰੀਅਸ ਟਾਈਪ ਆਫ ਐਪਲੀਕੇਸ਼ਨਸ ਆਰ ਬੀਂਗ ਯੂਜ਼ਡ ਬਾਈ ਯੰਗਸਟਰਸ ਇਨ ਅ ਸ਼ੋਰਟ ਟਾਈਮ। ਪਰ ਜਿਹੜੇ ਓਲਡਰ ਪੀਪਲ ਹੁੰਦੇ ਆ ਉਹ ਇੱਕ ਚੀਜ਼ ਲਗਾ ਲੈਂਦੇ ਆ ਅਤੇ ਉਹਨੂੰ ਲੰਬਾ ਸਮਾਂ ਤੱਕ ਜਿਹੜਾ ਹੈਗਾ ਉਸ ਨੂੰ ਚਲਾਈ, ਜਿਵੇਂ ਯੂਟਿਊਬ ਓਪਨ ਕਰਕੇ ਬੈਠ ਗਏ ਅਤੇ ਕਾਫੀ ਟਾਈਮ ਤੱਕ ਉਹ ਯੂਟਿਊਬ ਵੀ ਓਪਨ ਕਰਕੇ ਰੱਖਣਗੇ। ਤਾਂ ਇੱਕ ਡਿਫਰੈਂਸ ਹੈ ਜਿਹੜਾ ਮੈਂ ਨੋਟ ਕੀਤਾ ਅਤੇ ਇਹਦੇ ਬਾਰੇ ਬੋਲਿਆ ਜਾ ਸਕਦਾ। ਥਰਡ ਕੁਐਸਚਨ ਹੈ, ਵਿਚ ਵਨ ਇਜ਼ ਮੋਰ ਇੰਪੋਰਟੈਂਟ, ਯੂਜ਼ਿੰਗ ਅ ਸੈੱਲ ਫੋਨ ਟੂ ਮੇਕ ਫੋਨ ਕਾਲਸ ਔਰ ਟੂ ਰੀਡ ਮੈਸੇਜਿਸ। ਕਿਹੜੀ ਚੀਜ਼ ਜ਼ਿਆਦਾ ਇੰਪੋਰਟੈਂਟ ਹੈ ਫੋਨ ਯੂਜ਼ ਕਰਨ ਦੇ ਲਈ? ਲਾਈਕ ਫੋਨ ਕਾਲਸ ਦੀ ਜ਼ਿਆਦਾ ਇੰਪੋਰਟੈਂਸ ਹੈ ਕਿ ਮੈਸੇਜਿਸ ਨੂੰ ਰੀਡ ਕਰਨ ਦੇ ਲਈ ਜ਼ਿਆਦਾ ਇੰਪੋਰਟੈਂਸ ਹੈ? ਦੇਖੋ ਦੋਨਾਂ ਦੀ ਆਪਦੀ ਥਾਂ 'ਤੇ ਇੰਪੋਰਟੈਂਸ ਹੈ, ਤਾਂ ਮੈਂ ਉਹਦੇ ਅਕੋਰਡਿੰਗ ਇਸ ਦੇ ਵਿੱਚ ਗੱਲ ਕੀਤੀ ਹੈ। I think it's tough to choose any one feature between both.
because both have their own specific qualities, as phone calls are essential in sharing and exchanging the views on the spot, while messages help us to maintain our privacy in the crowd। ਕੀ ਕਹਿ ਰਹੇ ਆਪਾਂ ਇਹਦੇ ਵਿੱਚ ਕਿ ਮੈਨੂੰ ਲੱਗਦਾ ਕਿ ਬਹੁਤ ਔਖਾ ਹੈ ਜੇ ਮੈਂ ਕਿਸੇ ਇੱਕ ਫੀਚਰ ਨੂੰ ਦੋਨਾਂ ਦੇ ਵਿੱਚ ਚੂਜ਼ ਕਰਨਾ ਹੋਵੇ, ਕਿਉਂਕਿ ਦੋਨਾਂ ਦੇ ਆਪਦੀ ਖਾਸ ਕੁਆਲਿਟੀਜ਼ ਨੇ। ਜਿਵੇਂ ਕਿ फ़ोन ਜ਼ਰੂਰੀ ਨੇ ਜਦੋਂ ਅਸੀਂ ਸ਼ੇਅਰ ਕਰਨਾ ਹੈ ਜਾਂ ਐਕਸਚੇਂਜ ਕਰਨਾ ਹੈ ਆਪਣੇ ਵਿਊਜ਼ ਨੂੰ ਮੌਕੇ 'ਤੇ ਕਿਸੇ ਨਾਲ, ਮਤਲਬ ਆਨਸਰੇਬਲ ਵੀ ਹੋਣਾ ਹੈ ਜਾਂ ਕਿਸੇ ਨਾਲ ਗੱਲਬਾਤ ਕਰਨੀ ਹੈ ਤਾਂ ਟੂ ਵੇ ਕਮਿਊਨੀਕੇਸ਼ਨ ਜ਼ਰੂਰੀ ਹੁੰਦੇ, ਤਾਂ फ़ोन ਕਾਲਸ ਉਦੋਂ ਬਹੁਤ ਜ਼ਰੂਰੀ ਨੇ। ਪਰ ਜਦੋਂ ਕਿ ਮੈਸੇਜ ਸਾਡੀ ਮਦਦ ਕਰ ਸਕਦੇ ਆ, ਜਦੋਂ ਅਸੀਂ ਭੀੜ ਦੇ ਵਿੱਚ ਆ ਤਾਂ ਅਸੀਂ ਚਾਹੁੰਦੇ ਨਹੀਂ ਹੈ ਕਿ ਦੂਜਾ ਬੰਦਾ ਸਾਡੀ ਗੱਲ ਸੁਣੇ, ਤਾਂ ਸਾਡੀ ਪ੍ਰਾਈਵੇਸੀ ਨੂੰ ਮੇਨਟੇਨ ਕਰਨ ਦੇ ਵਿੱਚ ਮੈਸੇਜਸ ਹੈਲਪ ਕਰ ਦਿੰਦੇ ਆ। ਲਾਸਟ ਕੁਐਸਚਨ ਹੈ ਕਿਊ ਕਾਰਡ ਦਾ, ਡੂ ਯੂ ਥਿੰਕ ਦੇयर ਸ਼ੁੱਡ ਬੀ ਅ ਲਾਅ to stop people from making phone calls in public? Answer de raha, according to my personal opinion, it can't be made because sometimes we need to call in emergency conditions or for our urgent task. However, people should respect others comfort by their own telephonic activities। ਆਪਾਂ ਕੀ ਕਹਿ ਰਹੇ ਹਾਂ ਇਹਦੇ ਵਿੱਚ ਕਿ ਮੇਰੇ ਪਰਸਨਲ ਓਪੀਨੀਅਨ ਦੇ ਲਈ ਅਕੋਰਡਿੰਗ ਇਹ ਨਹੀਂ ਬਣ ਸਕਦੇ, ਕਿਉਂਕਿ ਕਿਤੇ ਕਿਤੇ ਸਾਨੂੰ ਜ਼ਰੂਰਤ ਹੁੰਦੀ ਹੈ ਐਮਰਜੈਂਸੀ ਕੰਡੀਸ਼ਨਸ ਦੇ ਵਿੱਚ ਕਾਲ ਕਰਨ ਦੀ, ਜਾਂ ਕੋਈ ਅਰਜੈਂਟ ਸਾਡੇ ਕੋਲ ਕੰਮ ਹੁੰਦੇ ਤਾਂ ਉਹਦਾ ਅਸੀਂ ਕਾਲ ਕਰਨੀ ਹੁੰਦੀ ਹੈ। ਭਾਵੇਂ ਲਾਈਕ ਇੱਕ ਚੀਜ਼ ਜ਼ਰੂਰ ਹੈ ਕਿ ਲੋਕਾਂ ਨੂੰ ਚਾਹੀਦਾ ਕਿ ਉਹ ਬਾਕੀ ਲੋਕਾਂ ਦੇ ਕੰਫਰਟ ਦੀ ਵੀ ਰਿਸਪੈਕਟ ਕਰਨ ਜਦੋਂ ਉਹ ਆਪਣੀ ਕੋਈ ਟੈਲੀਫੋਨਿਕ ਐਕਟੀਵਿਟੀਜ਼ ਕਰ ਰਹੇ ਹੁੰਦੇ ਆ। ਆਈ ਹੋਪ ਠੀਕ ਹੈ, ਸਟੋਰੀ ਸਿੰਪਲ ਲੱਗੀ ਹੋਊਗੀ, ਡਾਈਜੈਸਟ ਹੋ ਸਕਦੀ ਹੈ, ਮੈਮੋਰਾਈਜ਼ ਕਰ ਸਕਦੇ ਹੋ, ਠੀਕ ਹੈ। ਅਤੇ ਬਾਕੀ ਸਭ ਕੁਐਸਚਨਸ ਦੇ ਅਕੋਰਡਿੰਗ ਸਾਰਾ ਟਾਸਕ ਰਿਸਪੋਂਸ ਇਹਦੇ ਵਿੱਚ ਪੂਰਾ ਤੁਹਾਡਾ, ਅਤੇ ਸੀਰੀਅਲ ਆਰਡਰ ਦੇ ਵਿੱਚ ਹੀ ਚੱਲ ਰਹੇ ਹਾਂ। ਫਿਰ ਇੱਕ ਵਾਰੀ ਕਹੂੰਗਾ ਜੇ ਕਿਸੇ ਨੂੰ ਕੋਈ ਸਪੈਸ਼ਲੀ ਕੋਈ ਵਿੱਚੋਂ ਕਿਸੇ ਇੱਕ ਪਾਰਟੀਕੂਲਰ ਕਿਊ ਕਾਰਡ 'ਤੇ ਸਟਕ ਹੋਇਆ ਹੋਵੇ ਤਾਂ ਪਲੀਜ਼ ਕਮੈਂਟ ਦੇ ਵਿੱਚ ਦੱਸ ਦਿਓ ਜਾਂ ਮੇਰੇ WhatsApp ਨੰਬਰ 'ਤੇ ਭੇਜ ਦਿਓ, ਤਾਂ ਮੈਂ ਉਹ ਕਿਊ ਕਾਰਡ ਦੀ ਵੀਡੀਓ ਛੇਤੀ ਬਣਾ ਕੇ ਭੇਜ ਦਿੰਦੇ। ਸੀਰੀਅਲ ਆਰਡਰ ਦੇ ਵਿੱਚ ਤਾਂ ਮੈਂ ਚੱਲ ਹੀ ਰਿਹਾ। ਓਕੇ, ਬੈਸਟ ਆਫ ਲੱਕ ਫॉर योर एग्जाम्स।